ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਤੁਹਾਡਾ ਆਪਣਾ ਮਾਂ ਦੇਸਾਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ, ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ, ਬਠਿੰਡਾ, ਪੰਜਾਬ। ਸਤਿਗੁਰਾਂ ਨੇ ਸੇਵਾ ਬਖਸ਼ੀ ਹੈ। ਜੋ ਸੇਵਾ ਦੀ ਦਾਤ ਬਚਪਨ ਤੋਂ ਝੋਲੀ ਪਾਈ, ਉਹ ਸੇਵਾ ਕਰਦਿਆਂ ਜੋ ਅਨੁਭਵ ਹੋਏ, ਜੋ ਬ੍ਰਹਮ ਗਿਆਨ ਦੀਆਂ ਦਾਤਾਂ ਸਤਿਗੁਰੂ ਪਾਤਸ਼ਾਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇੱਥੇ 9 ਦਿਨ ਰੁਕਣ ਦੌਰਾਨ ਮਾਤਾ ਦੇਸਾਂ ਦੀ ਝੋਲੀ ਪਾਈਆਂ ਅਤੇ ਮਾਤਾ ਜੀ ਦੀ ਅਪਾਰ ਕਿਰਪਾ ਸਦਕਾ ਦਾਸ ਦੀ ਝੋਲੀ ਪਈਆਂ ਅਤੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਸੰਗਤਾਂ ਦੇ ਕਹਿਣ 'ਤੇ ਲੱਗਿਆ ਕਿ ਇਹ ਜੋ ਵੀ ਦਾਤਾਂ ਬਖਸ਼ਿਸ਼ ਹੋਈਆਂ ਨੇ ਉਹ ਸਾਰੀਆਂ ਸੰਗਤਾਂ ਨਾਲ ਆਪਾਂ ਸਾਂਝੀਆਂ ਕਰੀਏ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਜੋ ਵੀ ਅਨੁਭਵ ਨੇ ਸਤਿਗੁਰਾਂ ਦੇ, ਉਹ ਸਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ। ਅਤੇ ਸਤਿਗੁਰਾਂ ਦਾ ਹੁਕਮ ਹੈ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਲਿਖਿਆ ਹੋਇਆ, ਜਿਵੇਂ ਲਿਖਿਆ ਹੋਇਆ, ਅਸੀਂ ਹੂਬਹੂ ਉਹਨੂੰ ਉਸੇ ਤਰ੍ਹਾਂ ਹੀ ਪੜ੍ਹਨਾ ਹੈ, ਉਸੇ ਤਰ੍ਹਾਂ ਹੀ ਜਾਣਨਾ ਹੈ, ਉਸੇ ਤਰ੍ਹਾਂ ਹੀ ਮੰਨਣ ਕਰਨਾ ਹੈ, ਤਾਂ ਕਿ ਸਾਡੇ ਸਾਹਮਣੇ ਉਹ ਰਿਜ਼ਲਟ ਆ ਸਕਣ ਕਿ ਅਸੀਂ ਵੀ ਉਹ ਆਤਮਿਕ ਅਡੋਲਤਾ, ਬ੍ਰਹਮ ਗਿਆਨ ਦੀ ਦਾਤ ਸਾਰੇ ਪਾ ਸਕੀਏ। ਜਿਵੇਂ ਕਿਰਪਾ ਕੀਤੀ 10ਵੇਂ ਪਾਤਸ਼ਾਹ ਨੇ, ਸਹਿਜ ਦਾ ਮਿਲਾਪ ਹੋਇਆ, ਆਤਮਿਕ ਅਡੋਲਤਾ ਮਿਲੀ, ਪਰਮ ਪਿਤਾ ਪਰਮਾਤਮਾ ਦਾ ਦਰਸ਼ ਹੋਇਆ, ਅਤੇ ਅੱਜ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਆਓ ਆਪਾਂ ਜੁੜੀਏ। ਅੱਜ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਜੋ ਫਰਮਾਨ, ਜੋ ਮੁੱਖ ਵਾਕ ਆਪਾਂ ਨੂੰ ਮਿਲਿਆ ਹੈ, ਸੋਰਠ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ। ਤੀਜੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਆਪਾਂ ਨੂੰ ਦੱਸ ਰਹੇ ਨੇ। ਇਹ ਅਸੀਂ ਧਿਆਨ ਰੱਖਣਾ, ਜਦੋਂ ਸਤਿਗੁਰਾਂ ਦੀ ਗੱਲ ਕਰਨੀ ਧਿਆਨ ਦੇਣਾ ਹੈ ਕਿ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜਾਂ 10ਵੀਂ ਪਾਤਸ਼ਾਹੀਆਂ ਜਦੋਂ ਵੀ ਕੋਈ ਸੂਤਰ ਦੇ ਰਹੇ ਨੇ, ਉਹ ਕਿਸੇ ਇੱਕ ਕੌਮੀਅਤ ਲਈ ਨਹੀਂ ਹੈ, ਉਹ ਪੂਰੀ ਮਾਨਵ ਜਾਤੀ ਲਈ ਹੈ, ਪੂਰੇ ਸੰਸਾਰ ਲਈ ਹੈ। ਜਿਹੜਾ ਵੀ ਉਹ ਸੂਤਰਾਂ ਨੂੰ ਮੰਨ ਲਵੇਗਾ, ਉਹ ਬੀਜ ਮੰਤਰਾਂ ਨੂੰ ਧਿਆ ਲਵੇਗਾ, ਜਪ ਲਵੇਗਾ, ਉਹਦੀ ਸਮਝ ਵੱਧ ਜਾਵੇਗੀ, ਉਹਦੇ 'ਚ ਆਤਮਿਕ ਅਡੋਲਤਾ ਆ ਜਾਵੇਗੀ, ਅਤੇ ਪੂਰੇ ਸੰਸਾਰ ਨੂੰ ਸਾਹਮਣੇ ਰੱਖ ਕੇ ਸਤਿਗੁਰੂ ਬੋਲਦੇ ਨੇ। ਅਤੇ ਸਤਿਗੁਰਾਂ ਨੇ ਤਾਂ ਸਾਨੂੰ ਲਿਖ ਕੇ ਵੀ ਦਿੱਤਾ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਸਤਿਗੁਰਾਂ ਦਾ, ਗੁਰੂ ਗ੍ਰੰਥ ਸਾਹਿਬ ਦਾ ਜੋ ਉਪਦੇਸ਼ ਹੈ, ਸਮੂਹ ਸੰਤਾਂ ਭਗਤਾਂ ਦਾ, ਪੂਰੀ ਕਾਇਨਾਤ ਲਈ ਹੈ, ਸਾਰੇ ਸੰਸਾਰ ਲਈ ਹੈ। ਉਹ ਸੰਸਾਰ ਦਾ ਅਸੀਂ ਲੋਕ ਵੀ ਹਿੱਸਾ ਹਾਂ, ਆਓ ਅਸੀਂ ਵੀ ਉਹਦਾ ਮੰਨਣ ਕਰੀਏ। ਸਤਿਗੁਰੂ ਕਹਿੰਦੇ ਕਿ ਜਦੋਂ ਇਨਸਾਨ ਸੰਸਾਰ 'ਚ ਆ ਜਾਂਦਾ, ਉਹਨੂੰ ਅਨੇਕਾਂ ਤਰ੍ਹਾਂ ਦੇ ਸਿੱਖਿਆਵਾਂ ਮਿਲਦੀਆਂ। ਇੱਥੇ ਮਾਤਾ ਪਿਤਾ ਵੀ ਸਿੱਖਿਆ ਦਿੰਦੇ ਆ, ਸਕੂਲੀ ਪੜ੍ਹਾਈਆਂ ਵੀ ਹੁੰਦੀਆਂ, ਉਹਨੂੰ ਅਹੁਦੇ ਵੀ ਮਿਲ ਜਾਂਦੇ ਆ, ਬਹੁਤ ਵੱਡਾ ਵੀ ਬਣ ਜਾਂਦਾ। ਪਰ ਜਿੰਨਾ ਚਿਰ ਆਪਣੇ ਆਪੇ ਨੂੰ ਨਹੀਂ ਜਾਣਦਾ, ਆਪਣੇ ਖੁਦ ਦੇ ਨੇੜੇ ਨਹੀਂ ਆਉਂਦਾ, ਅਧਿਆਤਮਿਕ ਗੁਰੂ ਨਹੀਂ ਧਾਰਨ ਕਰਦਾ, ਉਹਨਾਂ ਚਿਰ ਉਹਨੂੰ ਆਤਮਿਕ ਅਡੋਲਤਾ ਨਹੀਂ ਆਉਂਦੀ, ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਕਰਤੇ ਦੇ ਨਿਯਮਾਂ ਦੀ ਸਮਝ ਨਹੀਂ ਆਉਂਦੀ। ਤਾਂ ਸਤਿਗੁਰੂ ਨੇ ਲਿਖ ਕੇ ਦਿੱਤਾ ਕਿ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ। ਚਾਰੇ ਯੁੱਗਾਂ ਦੇ ਵਿੱਚ ਬੰਦਾ ਭਰਮ ਦਾ ਤੁਰਿਆ ਫਿਰਦਾ, ਬਿਨਾਂ ਸਤਿਗੁਰੂ ਤੋਂ। ਸਤਿਗੁਰੂ ਕਿਵੇਂ ਭਾਲ ਗਏ, ਇਸੇ ਸ਼ਬਦ 'ਚ ਅੱਗੇ ਜਾ ਕੇ ਦੱਸਣਗੇ। ਅਤੇ ਸਾਨੂੰ ਦੱਸਿਆ ਸਤਿਗੁਰੂ ਹੈ ਕੌਣ। ਮਹਾਰਾਜ ਕਹਿੰਦੇ ਸਤ ਪੁਰਖ ਜਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਜਿਹਨੇ ਖੁਦ ਉਸ ਇੱਕ ਓਂਕਾਰ ਸਤਨਾਮ ਨੂੰ, ਸਤ ਕਰਤਾਰ ਨੂੰ, ਸਤ ਪੁਰਖ ਨੂੰ, ਅਕਾਲ ਪੁਰਖ ਨੂੰ ਜਾਣ ਲਿਆ ਹੈ, ਉਹਦੇ ਕੋਲੇ ਸਤਿਗੁਰ ਦੀ ਉਪਾਧੀ ਆ ਜਾਂਦੀ ਹੈ, ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ। ਅਤੇ ਅਸੀਂ ਆਪ ਤੋਂ ਅੱਗੇ ਜਿਹੜੇ ਸਾਧਕ ਨੇ, ਸਾਧੂ ਨੇ, ਸੰਤ ਨੇ, ਸਤਪੁਰਸ਼ ਨੇ, ਬ੍ਰਹਮ ਗਿਆਨੀ ਮਹਾਂਪੁਰਖ ਨੇ, ਉਹਨਾਂ ਤੋਂ ਸਿੱਖਿਆ ਲੈਣੀ ਹੈ ਕਿ ਅਸੀਂ ਅਧਿਆਤਮਿਕ ਵੱਲ ਕਿਵੇਂ ਆਈਏ। ਅਧਿਆਤਮਿਕ ਦਾ ਮਤਲਬ ਹੈ ਅੰਦਰ ਦੀ ਆਤਮਾ ਨੂੰ, ਆਪਣੇ ਆਪ ਨੂੰ ਕਿਵੇਂ ਜਾਣੀਏ, ਆਪਣੇ ਨੇੜੇ ਕਿਵੇਂ ਆਈਏ। ਅਤੇ ਇਹ ਸਿੱਖਣ ਲਈ ਸਾਨੂੰ
ਸੇਵਾ ਕਰਨੀ ਪੈਂਦੀ ਹੈ, ਸਿਮਰਨ ਕਰਨਾ ਪੈਂਦਾ। ਸਿਮਰਨ ਦਾ ਮਤਲਬ ਧਿਆਨ ਕਰਨਾ ਪੈਂਦਾ ਉਹਦਾ, ਜੀ ਤੋਂ ਸਿੱਖਿਆ ਲਈ ਹੈ, ਉਹਦੀਆਂ ਗੱਲਾਂ 'ਚ ਧਿਆਨ ਰੱਖਣਾ ਪੈਂਦਾ, ਉਹਦੀ ਯਾਦ ਬਾਰ-ਬਾਰ ਚਿੱਤ ਨੂੰ ਆਉਂਦੀ, ਉਹਦੇ 'ਚ ਧਿਆਨ ਰੱਖਣਾ ਪੈਂਦਾ। ਤੇ ਮਹਾਰਾਜ ਕਹਿੰਦੇ ਲਿਖ ਕੇ ਦੇ ਦਿੰਦੇ ਆ, ਜਿੰਨਾ ਚਿਰ ਸਤਿਗੁਰੂ ਨਹੀਂ ਮਿਲਦਾ, ਜਿੰਨਾ ਚਿਰ ਸਤਿਗੁਰੂ ਦੀ ਸੇਵਾ 'ਚ ਤੁਸੀਂ ਨਹੀਂ ਆਉਂਦੇ, ਉਨਾ ਚਿਰ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ। ਹਮ ਦੀਨ ਤੁਮ ਜੁਗ ਜੁਗ ਦਾਤੇ, ਸਭ ਦੇ ਦੇਹ ਬਜਾਈ। ਸਤਿਗੁਰੂ ਇੱਕ ਜੋਦੜੀ ਕਰਦੇ ਆ, ਬੇਨਤੀ ਕਰਦੇ ਆ ਪਰਮ ਪਿਤਾ ਪਰਮਾਤਮਾ ਅੱਗੇ, ਅਕਾਲ ਪੁਰਖ ਅੱਗੇ, ਕਿ ਅਸੀਂ ਦੀਨ ਆ। ਦੀਨ ਦਾ ਮਤਲਬ ਹੁੰਦਾ ਕੰਗਾਲ, ਮੰਗਤੇ। ਤਾਂ ਇੱਥੋਂ ਮੰਗਦੇ ਆ, ਤੂੰ ਤਾਂ ਜੁਗਾਂ ਜੁਗਾਂ ਦਾ ਦਾਤਾ, ਤੂੰ ਤਾਂ ਜਦੋਂ ਇੱਥੇ ਧੁੰਦੂਕਾਰਾ ਸੀ, ਕੁਛ ਵੀ ਨਹੀਂ ਸੀ, ਉਦੋਂ ਵੀ ਸੀਗਾ। ਤੇਰੇ ਬਾਬਤ ਤਾਂ ਸਾਨੂੰ ਸਾਡਾ ਗੁਰੂ ਬਾਬਾ ਨਾਨਕ ਦੱਸ ਗਿਆ ਕਿ ਉਹ ਆਦ ਤੋਂ ਸੱਚ ਆ, ਜਿਹਦੀ ਮੈਂ ਗੱਲ ਤੁਹਾਡੀ ਝੋਲੀ ਪਾ ਰਿਹਾ। ਉਹ ਜੁਗਾਂ ਦੇ ਸਮੇਂ 'ਚ ਵੀ ਸੱਚ ਸੀ, ਅੱਜ ਵੀ ਸੱਚ ਹੈ, ਤੇ ਉਹਨੇ ਸੱਚ ਹੀ ਰਹਿਣਾ। ਜਿੰਨੀਆਂ ਮਰਜ਼ੀ ਖੋਜਾਂ ਹੋ ਜਾਣ, ਜਿੰਨਾ ਮਰਜ਼ੀ ਵਿਗਿਆਨ ਅੱਗੇ ਤੋਂ ਅੱਗੇ ਵੱਧ ਜੇ, ਇੱਕ ਕਿਣਕਾ ਵੀ ਬਾਹਰੋਂ ਨਹੀਂ ਕਿਤੋਂ ਲਿਆ ਸਕਦਾ ਵਿਗਿਆਨ। ਇੱਥੇ ਹੀ ਜੋ ਉਹਦੀਆਂ ਚੀਜ਼ਾਂ ਦਿੱਤੀਆਂ ਹੀ ਹੋਈਆਂ ਨੇ, ਜਿਵੇਂ ਜਲ ਪਾਣੀ ਪਹਿਲਾਂ ਹੀ ਹੈਗਾ, ਤੇ ਉਹਦੇ ਫਾਰਮੂਲੇ ਵਿਗਿਆਨ ਦੱਸ ਸਕਦਾ ਕਿ ਇਹ ਕੀ ਆ, ਇਹਦੇ 'ਚ ਕਿਹੜੇ ਰਸਾਇਣ ਆ। ਮਿੱਟੀ ਇੱਥੋਂ ਦੀ ਹੋਈ ਆ, ਉਹ ਦੱਸ ਸਕਦਾ ਕਿ ਇਹਦੇ 'ਚ ਆਹ ਚੀਜ਼ਾਂ। ਜਾਣੀ ਵਿਗਿਆਨ ਕੀ ਆ, ਸ਼ਿਵ ਸ਼ਕਤੀ ਦੇ ਖੇਲ ਦੇ ਅਧੀਨ ਸ਼ਕਤੀ ਵਾਲੀ ਜਿਹੜੀ ਚੀਜ਼ ਆ, ਜਿਹੜੀ ਸਾਹਮਣੇ ਦਿੰਦੀ ਹੈ ਸਾਹਮਣੇ, ਵਿਗਿਆਨ ਉਹਨੂੰ ਤੋੜ ਕੇ ਖੋਜ ਕੇ ਉਹਦੇ 'ਚੋਂ ਭਾਲਦਾ ਕਿ ਇਹਦਾ ਤੱਤ ਕੀ ਆ। ਤੇ ਉਹਨੇ ਤੱਤ ਹੁਣ ਭਾਲਿਆ ਕੀ ਆ, ਕਿ ਐਂਡ ਤੇ ਪਤਾ ਲੱਗਿਆ ਕਿ ਇਹਦਾ ਸਾਰੇ ਕਾਸੇ ਦਾ ਜੋ ਆਧਾਰ ਹੈ, ਉਹ ਇਲੈਕਟ੍ਰੋਨ, ਨਿਊਟਰੋਨ, ਪੋਜ਼ਿਟਰੋਨ ਹੈ। ਤੇ ਸਤਿਗੁਰੂ ਨੇ ਪਹਿਲਾਂ ਹੀ ਕਹਿਤਾ ਸੀ ਕਿ ਬ੍ਰਹਮਾ ਵਿਸ਼ਨ ਮਹੇਸ਼, ਇਹ ਤਿੰਨ ਤਾਕਤਾਂ ਜਿਹੜੀਆਂ ਦਾ ਸੰਸਾਰ ਸਾਜਿਆ ਹੋਇਆ, ਇਹਨਾਂ ਦੇ ਪਿੱਛੇ ਇੱਕ ਹੋਰ ਸ਼ਕਤੀ ਹੈ ਜਿਹਨੂੰ ਇੱਕ ਕਿਹਾ, ਇੱਕ ਓਂਕਾਰ। ਉਹ ਹਾਜ਼ਰ ਨਾਜ਼ਰ ਹੈ, ਉਹਨੇ ਰਹਿਣਾ ਹੀ ਆ। ਮਹਾਰਾਜ ਕਹਿੰਦੇ ਹਮ ਦੀਨ ਤੁਮ ਜੁਗ ਜੁਗ ਦਾਤੇ, ਸਭ ਦੇ ਦੇਹ ਬਜਾਈ। ਹੁਣ ਸਾਨੂੰ ਆਪਦੇ ਸ਼ਬਦ ਨਾ ਜੋੜਦਾ, ਆਪਦਾ ਸ਼ਬਦ ਬੁਝਾ ਦੇ। ਬੁੱਝਣ ਵਾਲੀ ਗੱਲ ਨੂੰ ਚੇਤੇ ਰੱਖਣਾ। ਗੁਰੂ ਨਾਨਕ ਦਸੇ ਪਾਤਸ਼ਾਹੀਆਂ ਸਾਨੂੰ ਕੁਝ ਕਹਿੰਦੇ ਆ ਕਿ ਤੁਸੀਂ ਬੁੱਝ ਲਓ, ਸਮਝ ਲਓ। ਉਹ ਸਮਝਣ ਵਾਲੀ ਇੱਕ ਘੁੰਡੀ ਹੈ, ਜਿੱਦੇ ਸਮਝ ਆ ਜਾਂਦੀ ਹੈ ਤੇ ਉਹਦੇ ਖੁਸ਼ੀਆਂ, ਖੇੜੇ, ਚੜ੍ਹਦੀ ਕਲਾ ਸਭ ਕੁਝ ਹੀ ਇੱਕ ਲੈ 'ਚ ਹੋ ਜਾਂਦਾ। ਮਹਾਰਾਜ ਕਹਿੰਦੇ ਤੁਸੀਂ ਸਾਨੂੰ ਉਹ ਬੁਝਾ ਦਿਓ ਤੇ ਸਾਨੂੰ ਸ਼ਬਦ ਨਾਲ ਜੋੜ ਦਿਓ। ਉਹ ਸ਼ਬਦ ਕੀ ਹੈ? ਜਿਹੜਾ ਸਰਬ ਵਿਆਪਕ ਹੈ, ਜਿਹੜਾ ਆਦਿ ਤੋਂ ਸੱਚ ਹੈ, ਜਿਹ ਤੋਂ ਖੰਡ ਬ੍ਰਹਿਮੰਡ ਸਾਰੇ ਬਣੇ ਆ, ਉਹ ਸਾਨੂੰ ਬੁਝਾ ਦੇ, ਅਸੀਂ ਉਹਨੂੰ ਬੁੱਝ ਲਈਏ। ਕਿਉਂਕਿ ਇੱਕ ਓਂਕਾਰ ਦੀ ਜਿਹੜੀ ਧੁਨੀ ਆ, ਧੁਨਾਤਮਕ ਤੌਰ ਤੇ ਉਹ ਵਸਿਆ ਹੋਇਆ, ਉਹ ਸ਼ਬਦ ਸਾਨੂੰ ਮਿਲ ਜਾਂਦਾ। ਜਿਵੇਂ ਜਿਵੇਂ ਅਸੀਂ ਆਪਣੇ ਆਪੇ ਦੇ ਨੇੜੇ ਆਉਣੇ ਆ, ਉਦੋਂ ਬਾਅਦ ਅਸੀਂ ਜਿਹੜਾ ਸਾਡਾ ਮੂਲ ਹੈ, ਜਿਹਨੂੰ ਮੂਲ ਮੰਤਰ ਵੀ ਕਿਹਾ ਗੁਰੂ ਨਾਨਕ ਨੇ, ਬਾਣੀ ਮੂਲ ਮੰਤਰ ਅਲੱਗ ਹੈ, ਪਰ ਇੱਕ ਮੂਲ ਇਹ ਆ ਕਿ ਜਦੋਂ ਹੀ ਅਸੀਂ ਸੰਸਾਰ 'ਚ ਆਏ ਮਾਤਾ ਪਿਤਾ ਦੇ ਸਰੀਰ ਰਾਹੀਂ, ਪਹਿਲਾ ਮੂਲ ਸਾਡਾ ਸਵਾਸ ਹੈ। ਜੇ ਸਵਾਸ ਨਾ ਆਵੇ, ਪਵਨ ਗੁਰੂ ਆ ਕੇ ਹਾਜ਼ਰੀ ਨਾ ਲਾਵੇ, ਗੁਰੂ ਆਪਣੀ ਐਂਟਰੀ ਨਾ ਕਰੇ, ਗੁਰੂ ਆਗਿਆ ਨਾ ਦੇਵੇ, ਤਾਂ ਉਹ ਜਿਹੜਾ ਮਾਸ ਦਾ ਲੋਥੜਾ, ਉਹ ਮਿਰਤੂ ਕਿਹਾ ਜਾਊਗਾ, ਉਹ ਕੁਝ ਵੀ ਨਹੀਂ। ਉਹਨੂੰ ਭਾਗ ਕਾਹਦੇ ਨਾਲ ਲੱਗਦੇ ਆ? ਭਾਵ ਲੱਗਦੇ ਆ ਪਵਨ ਗੁਰੂ ਨਾਲ। ਜਦੋਂ ਪਵਨ ਗੁਰੂ ਚੱਲ ਪੈਂਦਾ, ਸਾਰੇ ਪਾਸੇ ਖੁਸ਼ੀਆਂ, ਖੇੜੇ, ਨਵੇਂ ਰਿਸ਼ਤੇ, ਨਾਤੇ, ਸਭ ਕੁਝ ਹਾਜ਼ਰ ਹੋ ਜਾਂਦਾ। ਤੇ ਇਹ ਜਿਹੜਾ ਮੂਲ ਆ ਸਾਡਾ, ਇਹਨੂੰ ਅਸੀਂ ਭੁੱਲਣਾ ਨਹੀਂ। ਇਸੇ ਕਰਕੇ ਇਹਨੂੰ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ 'ਚ ਪਵਨ ਗੁਰੂ ਕਿਹਾ। ਗੁਰੂ ਦਾ ਧਿਆਨ ਰੱਖਣਾ, ਗੁਰੂ ਦੇ ਚਰਨਾਂ ਦਾ ਧਿਆਨ ਰੱਖਣਾ। ਗੁਰੂ ਕੰਨੀ ਧਿਆਨ ਕਰਨ ਵਾਸਤੇ ਸਾਨੂੰ ਬਹਿਣਾ ਪੈਣਾ, ਆਪਣੇ ਸਰੀਰ ਨੂੰ ਵੇਖਣਾ ਪੈਣਾ। ਸਰੀਰ ਦੇ ਵਿੱਚ ਵਸਦੇ ਹੋਏ ਇਸ ਗੁਰੂ ਨੂੰ, ਇਹ ਕਿੱਥੇ ਜਾ ਕੇ ਮੁੜਦਾ ਵਾਰ-ਵਾਰ, ਇਹਦੇ ਨਾਲ ਨਾਲ ਰਹਿਣਾ ਪੈਣਾ, ਇਹਦੀ ਉਂਗਲੀ ਫੜ ਕੇ। ਜਦੋਂ ਹੀ ਅਸੀਂ ਰਹਿਣਾ ਸ਼ੁਰੂ ਕਰ ਦਿੰਦੇ ਹਾਂ, ਸਾਡੀ ਬਾਹਰਲੀ ਤਪਸ, ਸਾਡੀ ਆਸਾ, ਸਾਡੀ ਤ੍ਰਿਸ਼ਨਾ, ਸਭ ਕੁਝ ਮਿਟਣਾ ਸ਼ੁਰੂ ਹੋ ਜਾਂਦਾ। ਤੱਤ ਹੀ ਐਸਾ ਗੁਰੂ ਦਾ, ਗੁਰੂ ਚਰਨਾਂ ਦਾ ਪ੍ਰਤਾਪ ਹੀ ਐਸਾ। ਤਾਂ ਮਹਾਰਾਜ ਕਹਿੰਦੇ ਹਮ ਦੀਨ ਤੁਮ ਜੁਗ ਜੁਗ ਦਾਤੇ, ਸਭ ਦੇ ਦੇਹ ਬੁਝਾਈ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। ਹੇ ਮੇਰੇ ਪਿਆਰੇ, ਹੇ ਹਰੀ ਪ੍ਰਮਾਤਮਾ ਪ੍ਰਭੂ, ਮੇਰੇ ਤੇ ਕਿਰਪਾ ਕਰੋ। ਸਤਿਗੁਰ ਦਾਤਾ ਮੇਲ ਮਿਲਾਵਹੁ, ਹਰ ਨਾਮ ਦਿਓ ਆਧਾਰੇ। ਕਹਿੰਦੇ ਕਿਰਪਾ ਕਰਦੇ ਹਰੀ ਪ੍ਰਮਾਤਮਾ, ਸਾਨੂੰ ਵੀ ਕੋਈ ਸਤਿਗੁਰੂ ਟਕਰਾ ਦੇ, ਸਾਨੂੰ ਸਤਿਗੁਰ ਦਾ ਮੇਲ ਕਰਾ ਦੇ। ਸਤਿਗੁਰ ਦਾਤਾ ਮੇਲ ਮਿਲਾਵਹੁ, ਐਸਾ ਕੋਈ ਮੇਲ ਮਿਲਾ ਦਿਓ, ਸਾਨੂੰ ਵੀ ਕੋਈ ਜਾਗਿਆ ਹੋਇਆ ਟੱਕਰ ਜੇ, ਕੋਈ ਬਖਸ਼ਿਆ ਹੋਇਆ ਟੱਕਰ ਜੇ, ਕੋਈ ਪਹੁੰਚਿਆ ਹੋਇਆ ਟੱਕਰ ਜੇ, ਜਿਹਨੇ ਆਪ ਜਾਣਿਆ ਉਹ ਟੱਕਰ ਜੇ, ਸਾਨੂੰ ਵੀ ਜਨਾ ਦੇ। ਸਤਿਗੁਰ ਦਾਤਾ ਮੇਲ ਮਿਲਾਵਹੁ, ਹਰ ਨਾਮ ਦੇਵਹੁ ਆਧਾਰੇ। ਜਿਹੜਾ ਤੇਰਾ ਨਾਮ ਹੈ, ਹਰ ਨਾਮ, ਹਰੀ ਨਾਮ, ਬੀਜ ਮੰਤਰ, ਸਾਨੂੰ ਵੀ ਦੇ ਦੇ।
ਉਹਦਾ ਆਧਾਰ ਹੋ ਜੇ ਸਾਨੂੰ ਵੀ, ਉਹ ਨਾਮ ਦਾ ਆਧਾਰ ਹੋ ਜੇ ਜਦੋਂ ਸਾਨੂੰ ਹਰੀ ਨਾਮ ਮਿਲ ਜਾਵੇ, ਜਿਹੜੇ ਨਾਮ ਦੇ ਧਾਰੇ ਖੰਡ ਬ੍ਰਹਿਮੰਡ ਆ, ਜਿਹੜੇ ਨਾਮ ਤੋਂ ਸਾਰੀ ਕਾਇਨਾਤ ਬਣੀ ਆ, ਜੀ ਤੋਂ ਬ੍ਰਹਮਾ ਵਿਸ਼ਨ ਮਹੇਸ਼ ਬਣੇ ਆ, ਜੀ ਤੋਂ ਸਭ ਕੁਝ ਬਣਿਆ ਉਹ ਨਾਮ ਹੈ। ਉਹ ਨਾਮ ਦਾ ਆਧਾਰ ਸਾਨੂੰ ਵੀ ਹੋ ਜਾਵੇ, ਐਸੀ ਕਿਰਪਾ ਕਰ ਦਿਓ। ਕੋਈ ਐਸਾ ਜਾਗਿਆ ਹੋਇਆ ਮਿਲਾ ਦਿਓ। ਗੁਰੂ ਅਮਰਦਾਸ ਨੂੰ ਤਾਂ ਮਿਲ ਗਏ ਸੀ ਜਾਗੇ ਹੋਏ, ਗੁਰੂ ਅੰਗਦ ਸਾਹਿਬ, ਗੁਰੂ ਅੰਗਦ ਸਾਹਿਬ ਨੂੰ ਮਿਲ ਗਏ ਸੀ ਖੁਦ ਨਿਰੰਕਾਰ, ਆਪ ਨਰੈਣ ਕਲਾ ਧਾਰ ਜਗ ਮਹਿ ਪਰਵਰਿਓ, ਗੁਰੂ ਨਾਨਕ ਸਾਹਿਬ। ਤੇ ਅਸੀਂ ਗੁਰੂ ਨਾਨਕ ਦੇ ਘਰ ਚੋਂ, ਉਹਦੇ ਬਖਸ਼ੇ ਹੋਏ, ਉਹਦੇ ਪਿਆਰ ਵਾਲੇ। ਤੇ ਗੁਰੂ ਨਾਨਕ ਦਾ ਘਰ ਕੋਈ ਛੋਟਾ ਨਹੀਂ, ਗੁਰੂ ਨਾਨਕ ਦਾ ਸਾਰਾ ਬ੍ਰਹਮਾਂਡੀ ਘਰ ਹੈ। ਮਹਾਰਾਜ ਕਹਿੰਦੇ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਿਹੜਾ ਸੱਚ ਨਾਲ ਜੁੜਿਆ ਹੋਇਆ, ਸੱਤ ਨਾਲ ਜੁੜਿਆ ਹੋਇਆ, ਸਤਪੁਰਖ ਜੀ ਨੇ ਜਾਣਿਆ, ਸਤਿਗੁਰ ਤਿਸ ਕਾ ਨਾਉ। ਸਾਨੂੰ ਵੀ ਮਿਲ ਪਵੇ, ਸਾਨੂੰ ਵੀ ਜਨਾ ਦੇਵੇ, ਸਾਨੂੰ ਵੀ ਜੋੜ ਦੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਵੀ ਪੜ੍ਹਨ ਲੱਗ ਜਾਈਏ, ਪੜ੍ਹੇ ਤੋਂ ਸਾਨੂੰ ਪਤਾ ਲੱਗੇ ਬਾਣੀ ਸਿੱਧਾ ਸਿੱਧਾ ਕਹਿੰਦੀ ਕੀ ਹੈ। ਫਿਰ ਸਤਿਗੁਰੂ ਅੱਗੇ ਕੀ ਕਹਿੰਦੇ ਨੇ, ਸਤਿਗੁਰ ਦਾਤਾ ਮੇਲ ਮਿਲਾਵਹੁ, ਹਰ ਨਾਮ ਦੇਵਹੁ ਆਧਾਰੇ ਰਹਾਉ। ਇਹ ਸੈਂਟਰ ਹੈ ਸ਼ਬਦ ਦਾ। ਮਨਸਾ ਮਾਰ ਦੁਬਦਾ ਸਹਿਜ ਸਮਾਣੀ, ਪਾਇਆ ਨਾਮ ਅਪਾਰਾ। ਜਿਹੜੀਆਂ ਮਨ ਦੀਆਂ ਤ੍ਰਿਸ਼ਨਾਵਾਂ, ਮਨ ਦੇ ਨਿੱਕੇ 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 ਫੁਰਨੇ ਆ, ਸਾਰਾ ਦਿਨ ਇਹ ਤਲ ਤੇ ਤੁਰੇ ਫਿਰਦੇ ਰਹਿੰਦੇ ਆ, ਇਹਨਾਂ ਨੂੰ ਦੂਰ ਕਰਕੇ, ਦੁਬਦਾ ਨੂੰ ਦੂਰ ਕਰਕੇ ਸਹਿਜ ਦੇ ਘਰ ਆ ਜਾਣਾ। ਤੇ ਸਹਿਜ ਦੇ ਘਰ ਬੰਦਾ ਉਹਦੀ ਆਉਂਦਾ ਜਦੋਂ ਇੱਕ ਥਾਂ ਖੜਦਾ। ਇੱਕ ਥਾਂ ਖੜਨ ਦਾ ਮਤਲਬ ਆ ਸੁਰਤ ਨੂੰ ਇੱਕ ਥਾਂ ਲੈ ਆਉਣਾ, ਗੁਰੂ ਚਰਨਾਂ 'ਚ ਲੈ ਆਉਣਾ, ਉਹਦੀ ਗੱਲ ਨੂੰ ਮੰਨ ਲੈਣਾ। ਤੇ ਜਿਵੇਂ ਜਿਵੇਂ ਉਹਨੂੰ ਮੰਨਦੇ ਜਾਣਾ, ਜਿਵੇਂ ਜਿਵੇਂ ਉਹਦੀਆਂ ਗੱਲਾਂ ਪੜ੍ਹਦੇ ਸੁਣਦੇ ਜਾਣਾ, ਉਵੇਂ ਉਵੇਂ ਸਹਿਜ ਨੇ ਵੱਧਦੇ ਜਾਣਾ। ਮਨਸਾ ਮਾਰ ਦੁਬਦਾ ਸਹਿਜ ਸਮਾਣੀ, ਪਾਇਆ ਨਾਮ ਅਪਾਰਾ। ਤੇ ਉਹ ਨਾਮ ਦੀ ਸਮਝ ਆਉਂਦੀ ਜਾਂਦੀ ਹੈ, ਕਿਉਂਕਿ ਨਾਮ ਬਾਹਰੋਂ ਨਹੀਂ ਮਿਲਦਾ। ਬਾਹਰੋਂ ਤਾਂ ਸਤਿਗੁਰੂ ਇਸ਼ਾਰੇ ਕਰਦਾ ਕਿ ਇਸ ਤਰ੍ਹਾਂ ਮਿਲੂਗਾ, ਅੰਦਰ ਚੱਲ, ਅੰਦਰ ਚੱਲ, ਬੈਠ। ਤੇ ਉਹ ਜਦੋਂ ਮਿਲ ਜਾਂਦਾ ਫਿਰ ਸਹਿਜ ਆ ਜਾਂਦਾ। ਅੱਗੇ ਸਤਿਗੁਰੂ ਕੀ ਕਹਿੰਦੇ ਆ, ਇਹ ਆਤਮਿਕ ਅਡੋਲਤਾ ਤੁਹਾਨੂੰ ਮਿਲ ਜਾਣੀ ਹੈ। ਹਰ ਰਸ ਚਾਖ ਮਨ ਨਿਰਮਲ ਹੋਆ, ਕਿਲ ਵਿਖ ਕਾਟਣ ਹਾਰਾ। ਜਦੋਂ ਅਸੀਂ ਗੁਰੂ ਦੀ ਗੱਲ ਮੰਨ ਲੈਂਦੇ ਹਾਂ ਤੇ ਅਸੀਂ ਫਿਰ ਜਦੋਂ ਅੰਮ੍ਰਿਤ ਵੇਲੇ ਉੱਠਦੇ ਹਾਂ, ਜਦੋਂ ਹੀ ਸਾਨੂੰ ਸੋਝੀ ਆਉਂਦੀ ਹੈ ਤਾਂ ਅਸੀਂ ਸੁਚੇਤ ਹੋ ਕੇ ਪਵਨ ਗੁਰੂ ਦਾ ਧਿਆਨ ਧਰਦੇ ਹਾਂ, ਆਉਂਦੇ ਜਾਂਦੇ ਸਵਾਸਾਂ ਨੂੰ ਵੇਖਦੇ ਹਾਂ, ਧਿਆਨ ਨਾਲ ਧਿਆਉਣੇ ਆ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਭਲ ਕੇ ਉੱਠ ਹਰ ਨਾਮ ਧਿਆਵੈ। ਉਹ ਹਰੀ ਨਾਮ ਨੂੰ ਧਿਆਉਣਾ, ਅੰਦਰੋਂ ਵੇਖਣਾ, ਆਉਂਦੇ ਜਾਂਦੇ ਸਵਾਸਾਂ ਦੇ ਸੰਗ ਰਹਿਣਾ। ਜਿੰਨਾ ਕੁ ਸਮਾਂ ਰਹੋਗੇ ਤੁਹਾਨੂੰ ਪਤਾ ਲੱਗੂ ਉਹ ਸੁਰਗਾਂ ਦੇ ਝੂਟੇ ਨੇ, ਬੜੇ ਹੀ ਨਜ਼ਾਰੇ ਨੇ। ਤੇ ਉੱਥੇ ਜਦੋਂ ਅਸੀਂ ਜਾਂਦੇ ਆ ਨਾ ਨਾਭ ਕੇਂਦਰ ਤੇ, ਸਾਡੀ ਸੁਰਤ ਵੀ ਨਾਲ ਚਲੀ ਜਾਂਦੀ ਆ, ਸਾਡਾ ਧਿਆਨ ਵੀ ਚਲਿਆ ਜਾਂਦਾ। ਤੇ ਉੱਥੇ ਮਹਾਰਾਜ ਕਹਿੰਦੇ ਹਰੀ ਰਸ ਦੇ ਸਵਾਦ ਮਿਲਦੇ ਆ। ਸਾਡੇ ਮਾਈਂਡ ਦੇ ਵਿੱਚੋਂ, ਸਾਡੇ 10ਵੇਂ ਦੁਆਰ ਤੋਂ ਇੱਕ ਹਰੀ ਰਸ ਝਰਨਾ ਸ਼ੁਰੂ ਹੋ ਜਾਂਦਾ। ਐਸੇ ਸਵਾਦ ਵਾਲਾ ਰਸ ਜਿਹੜਾ ਇੱਕ ਹੋਰ ਹੀ ਤਰ੍ਹਾਂ ਦਾ ਗਰੂਰ ਦਿੰਦਾ, ਸਰੂਰ ਦਿੰਦਾ, ਜਿਹਨੂੰ ਕਿਹਾ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਫਿਰ ਉਹ ਚੜ੍ਹੀ ਰਹਿੰਦੀ ਹੈ। ਉਹ ਮਿਲਦਾ ਕਿਵੇਂ ਹੈ? ਪਹਿਲਾਂ ਸਰੀਰ ਟਿਕਦਾ, ਫਿਰ ਮਨ ਟਿਕਦਾ, ਫਿਰ ਇੱਕ ਅਡੋਲਤਾ ਦੀ ਅਵਸਥਾ ਆਉਂਦੀ ਹੈ ਜਦੋਂ ਕੋਈ ਫੁਰਨੇ ਨਹੀਂ, ਕੋਈ ਭੱਜ ਨੱਠ ਨਹੀਂ, ਕਿਉਂਕਿ ਮੰਨ ਕੇ ਬੈਠਣਾ ਨਾ। ਆਹ 1.25 ਘੰਟਾ ਮੇਰੇ ਗੁਰੂ ਦਾ, ਇਹ 1.25 ਘੰਟਾ ਮੇਰੇ ਆਪਣੇ ਆਪੇ ਨੂੰ ਜਾਣਨ ਲਈ ਹੈ। ਸਭ ਫੋਨ ਬੰਦ, ਸਭ ਬੈਲਾਂ ਵਗੈਰਾ ਬੰਦ। ਜਿੱਥੇ ਬੈਠੋ ਬਾਹਰ ਕਹਿ ਕੇ ਬੈਠੋ ਕਿ ਜਿੰਨਾ ਚਿਰ ਮੈਂ ਖੁਦ ਨਹੀਂ ਆਉਂਦਾ ਕੋਈ ਮੈਨੂੰ ਡਿਸਟਰਬ ਨਾ ਕਰਿਓ। ਇਹ ਇੰਨਾ ਕੁ ਟਾਈਮ ਆਪਣੇ ਲਈ ਰੱਖੋ ਜੇ ਆਤਮਿਕ ਅਡੋਲਤਾ ਪਾਉਣੀ ਆ। ਜੇ ਜਨਮ ਮਰਨ ਦਾ ਚੱਕਰ ਨਿਬੇੜਨਾ ਨਾ, ਇੰਨਾ ਕੁ ਤਾਂ ਟਾਈਮ ਆਪਦੇ ਲਈ ਰੱਖੋ, ਸੁਬਾਹ ਵੀ ਤੇ ਸ਼ਾਮ ਵੀ, ਪੈਣ ਵੇਲੇ ਦਾ ਜਿਹੜਾ ਸ਼ਾਮ ਦਾ ਰਹਿ ਰਸ ਦਾ ਟਾਈਮ ਹੈ। ਕਿਉਂਕਿ ਜਦੋਂ ਤੁਸੀਂ ਇਹ ਰੱਖੋਗੇ ਫਿਰ ਬੜਾ ਹੀ ਆਨੰਦਦਾਇਕ ਸਿਸਟਮ ਬਣਦਾ ਜਾਂਦਾ। ਹਰ ਰਸ ਚਾਖ ਮਨ ਨਿਰਮਲ ਹੋਆ। ਜਿਵੇਂ ਜਿਵੇਂ ਮਨ ਨਿਰਮਲ ਹੁੰਦਾ ਤੇ ਕਿਲ ਵੇਖਾ, ਜਿਹੜੇ ਸਾਨੂੰ ਦਵੱਲੀ ਫਿਰਦੇ ਸੀ, ਜਿਹੜੇ ਸਾਡੇ ਪਹਿਲਾਂ ਕੀਤੇ ਹੋਏ ਗਲਤ ਕਾਰਜ ਆ, ਗਲਤ ਆਸਾਂ ਰੱਖੀਆਂ, ਤ੍ਰਿਸ਼ਨਾ ਰੱਖੀਆਂ ਵੀ, ਉਹ ਸਾਨੂੰ ਖਿੱਚੀ ਧੂਈ ਫਿਰਦੇ ਆ, ਉਹ ਮਹਾਰਾਜ ਕਹਿੰਦੇ ਕੱਟਣੇ ਸ਼ੁਰੂ ਹੋ ਜਾਂਦੇ ਆ, ਉਹ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ। ਪਤਾ ਲੱਗਦਾ ਕਿ ਸਾਡੀ ਪਕੜ ਚੋਂ ਇਹ ਇਨਸਾਨ ਨਿਕਲਦਾ ਜਾਂਦਾ। ਤਾਂ ਅੱਗੇ ਮਹਾਰਾਜ ਕਹਿੰਦੇ ਸ਼ਬਦ ਮਰਹੁ ਫਿਰ ਜੀਵ ਹੋ ਸਦਹੀ, ਤਾਂ ਫਿਰ ਮਰਨ ਨਾ ਹੋਈ। ਫਿਰ ਉੱਥੇ ਸ਼ਬਦ ਦਾ ਮਿਲਾਪ ਹੋ ਜਾਂਦਾ। ਸ਼ਬਦ ਕੀ ਆ? ਜਿਹੜਾ ਇੱਕ ਓਂਕਾਰ ਦਾ ਨਾਦ ਹੈ, ਜਿਹੜਾ ਸਰਬ ਵਿਆਪਕ ਆ, ਉਹਦੇ ਨਾਲ ਇੱਕਮਿਕਤਾ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਹੀ ਅਸੀਂ ਬਾਹਰੀ ਤੌਰ ਤੇ ਪਤਾ ਲੱਗਦਾ ਕਿ ਅਸੀਂ ਇੱਧਰੋਂ, ਤਾਂ ਉਦੋਂ ਮਰ ਜਾਂਦੇ ਹਾਂ, ਅੰਦਰ ਜੁੜ ਜਾਂਦੇ ਹਾਂ ਉਹ ਸ਼ਬਦ ਨਾਲ। ਸ਼ਬਦ ਮਰਹੁ
ਫਿਰ ਜੀਵਹੁ ਸਦ ਹੀ। ਇੱਕ ਐਸਾ ਪੁਆਇੰਟ ਆ ਜਾਂਦਾ ਜਦੋਂ ਸਾਨੂੰ ਪਤਾ ਲੱਗਦਾ ਕਿ ਆ ਜਿਹੜਾ ਸਾਡਾ ਭਰਮ ਆ ਨਾ, ਕਿ ਮੈਂ ਮਰ ਜੂੰਗਾ ਜਾਂ ਕੋਈ ਹੋਰ ਨਾ ਮਰ ਜੇ, ਆਹ ਨਾ ਹੋ ਜੇ, ਆਹ ਨਾ ਹੋ ਜੇ, ਉੱਥੇ ਆ ਕੇ ਇੱਕ ਪੁਆਇੰਟ ਆਉਂਦਾ ਕਿ ਸਾਨੂੰ ਪਤਾ ਲੱਗਦਾ ਮੇਰਾ ਸਰੀਰ ਪਿਆ, ਆ ਸਮਾਧੀ ਦੀ ਅਵਸਥਾ 'ਚ ਸਰੀਰ ਬੈਠਾ ਹੈ, ਮੈਂ ਇਹਨੂੰ ਵੇਖ ਰਿਹਾ ਸਾਹਮਣੇ ਖੜਾ ਜਾਂ ਸਾਹਮਣੇ ਬੈਠਾ। ਗੁਰੂ ਦੀ ਐਡੀ ਦਇਆ ਵਾਪਰਦੀ ਹੈ ਕਿ ਪਤਾ ਲੱਗਦਾ ਕਿ ਸਰੀਰ ਆ ਪਿਆ, ਮੈਂ ਆ ਫਿਰਦਾ। ਸਾਡਾ ਸੂਖਸ਼ਮ ਸਰੀਰ ਤੋਂ ਬਾਹਰ ਹੋ ਕੇ ਐਸਟਰਾ ਟਰੈਵਲ ਵੀ ਕਰਦਾ। ਗੁਰੂ ਦੀ ਜਿਹੇ ਜੀ ਗੱਲ ਚਿੱਤ 'ਚ ਵਸਾਈ ਹੁੰਦੀ ਹੈ, ਉਵੇਂ ਗੁਰੂ ਨੂੰ ਵਸਾਉਂਦਾ ਤਾਂ ਉੱਥੇ ਜਾ ਵੀ ਆਉਂਦਾ, ਵੇਖ ਵੀ ਆਉਂਦਾ ਬੜਾ ਕੁਛ। ਪਰ ਜਿੱਦੇ ਪਹਿਲੇ ਦਿਨ ਉਹਨੂੰ ਇਹ ਪਤਾ ਲੱਗਦਾ ਨਾ ਸਰੀਰ ਆ ਪਿਆ, ਮੈਂ ਆ ਸੇ, ਉਹਦੇ ਇਹ ਗੱਲ ਬਣਦੀ ਹੈ ਕਿ ਸ਼ਬਦ ਮਰੋ, ਸ਼ਬਦ ਦਾ ਮਿਲਾਪ ਹੋ ਗਿਆ, ਇਧਰੋਂ ਮਰ ਗਏ। ਫਿਰ ਜੀਵੋ ਸਦ ਵੀ, ਹੁਣ ਮੌਤ ਨਹੀਂ ਹੈ, ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ, ਫਿਰ ਮਰਨ ਨਹੀਂ ਹੁੰਦਾ। ਹੁਣ ਜਿਹਨੂੰ ਇਹ ਅਨੁਭਵ ਨਹੀਂ ਹੋਏ ਉਹ ਲਿਖਣਗੇ ਹੁਕਮਨਾਮਿਆਂ ਦੀ ਵਿਆਖਿਆ ਆਪਾਂ ਪੜ੍ਹਦੇ ਹੀ ਹਾਂ ਕਿ ਜੀ ਆਤਮਕ ਮੌਤ ਨਹੀਂ ਹੁੰਦੀ ਉਹ ਬੰਦੇ ਦੀ। ਆਤਮਕ ਮੌਤ ਤਾਂ ਕਿਸੇ ਦੀ ਵੀ ਨਹੀਂ ਹੁੰਦੀ। ਉਹਨਾਂ ਨੂੰ ਇਹ ਯਕੀਨ ਹੀ ਨਹੀਂ ਆਉਂਦਾ ਕਿ ਆਹੀ ਬੰਦੇ ਜਿਹੜੇ ਸਾਹਮਣੇ ਆਪਾਂ ਫਿਰਦੇ ਹਾਂ, ਆਪਾਂ ਖੁਦ ਆਪਣਾ ਮਿਲਾਪ ਉਸ ਧਾਰਾ ਨਾਲ ਹੋ ਜਾਣਾ ਜਿਹੜੀ ਇੱਕ ਓਂਕਾਰ ਦੀ ਧਾਰਾ ਵਹਿ ਰਹੀ ਹੈ। ਉਸੇ ਦਾ ਮਿਲਣ ਦੇ ਮਾਰੇ, ਜੀਵਨ ਮੁਕਤੀ ਪਾਉਣ ਦੇ ਮਾਰੇ ਤਾਂ ਅਸੀਂ ਸਾਰਾ ਕੁਝ ਕਰਦੇ ਹਾਂ। ਜੇ ਜਿਉਂਦੇ ਜੀ ਜੀਵਨ ਮੁਕਤੀ ਨਾ ਮਿਲੀ, ਸਾਨੂੰ ਇਹੀ ਨਾ ਪਤਾ ਲੱਗਿਆ ਕਿ ਜੀਵਨ ਹੀ ਜੀਵਨਾ, ਮੌਤ ਹੈ ਹੀ ਨਹੀਂ, ਫਿਰ ਇੰਨਾ ਕੁਛ ਕਰੇ ਦਾ ਫਾਇਦਾ ਕੀ। ਆਤਮਕ ਮੌਤ ਕੁਛ ਨਹੀਂ ਹੁੰਦੀ, ਮੌਤ ਹੈ ਹੀ ਨਹੀਂ। ਇਹ ਤੋਂ ਪਹਿਲਾਂ ਵੀ ਇਹ ਜੀਵਨ ਵਹਿ ਰਿਹਾ, ਇਹ ਤੋਂ ਬਾਅਦ ਵੀ ਵਹਿੰਦੇ ਰਹਿਣਾ। ਇਹ ਵਿੱਚ ਦਾ ਇੱਕ ਪੀਰੀਅਡ ਆ। ਇਹ ਸਾਨੂੰ ਇਸੇ ਲਈ ਭੇਜਿਆ ਜਾਂਦਾ ਜਾਣਨ ਲਈ ਕਿ ਜਿਉਂਦੇ ਜੀ ਜੀਵਨ ਮੁਕਤੀ ਪਾ ਕੇ ਆਉਣੀ ਆ ਤੇ ਇਹਨੂੰ ਜਾਣ ਕੇ ਜਾਣਾ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਆ ਜਿਹੜਾ ਮਰਨ ਦੁਨਿਆਵੀ ਤੌਰ ਤੇ ਦੀਂਦਾ ਨਾ, ਇਹ ਗੱਲਾਂ ਖਤਮ ਹੋ ਜਾਂਦੀਆਂ, ਸੰਸਾਰ ਇੱਕ ਨਵਾਂ ਸ਼ੁਰੂ ਹੋ ਜਾਂਦਾ। ਜਦੋਂ ਉਹ ਗੱਲ ਜਾਣ ਲੈਂਦੇ ਆ, ਫਿਰ ਇੱਥੋਂ ਦੀ ਦ੍ਰਿਸ਼ਟੀ ਹੈ ਜਿਹੜੀ ਸਾਡੀ ਦੇਖਣ ਦੀ ਸੰਸਾਰ ਨੂੰ ਬਦਲ ਜਾਂਦੀ ਹੈ। ਮੇਰੀ ਬਿਲਕੁਲ ਬੰਦ ਹੋ ਜਾਂਦੀ ਹੈ। ਪਤਾ ਲੱਗਦਾ ਇੱਥੇ ਥੋੜੀ ਥੋੜੀ ਕਰੀ ਵੀ ਮੇਰੀ ਇੱਧਰ ਕਿੱਡਾ ਨੁਕਸਾਨ ਕਰਦੀ ਆ। ਉਹ ਚੀਜ਼ਾਂ ਜਦੋਂ ਸਾਹਮਣੇ ਆ ਜਾਂਦੀਆਂ, ਬੰਦੇ ਦੇ ਕਲੀਅਰਟੀ ਸਾਹਮਣੇ ਆ ਜਾਂਦੀ ਆ, ਸਮਝ ਵੱਧ ਜਾਂਦੀ ਆ, ਤਾਂ ਉਹ ਬੰਦੇ 'ਚ ਇੱਕ ਹੋਰ ਹੀ ਤਰ੍ਹਾਂ ਦਾ ਨੂਰ, ਹੋਰ ਹੀ ਤਰ੍ਹਾਂ ਦਾ ਉਹਦਾ ਬਹਿਣਾ, ਮਹਾਰਾਜ ਕਹਿੰਦੇ ਉਹਦੀ ਰਹਿਣੀ, ਉਹਦੀ ਬਹਿਣੀ, ਉਹਦੀ ਕਹਿਣੀ ਤੇ ਸਹਿਣੀ ਇੱਕ ਅਲੱਗ ਬਣ ਜਾਂਦੀ ਹੈ। ਉਹਦੇ ਕੋਲੇ ਜੇ ਕੋਈ ਚੱਲ ਕੇ ਆ ਜੇ ਨਾ, ਉਹ ਬੇਸ਼ੱਕ ਪਹਿਲੀ ਵਾਰ ਆਇਆ ਨਹੀਂ ਜਾਣਦਾ, ਉਹਨੂੰ ਲੱਗਦਾ ਤਾਂ ਮੇਰਾ ਆਪਣਾ, ਮੈਂ ਇਹਨੂੰ ਕਿੱਦੇ ਦਾ ਹੀ ਜਾਣਦਾ, ਤੇ ਉਹ ਕਹਿੰਦਾ ਮੇਰਾ ਤਾਂ ਤੇਰੇ ਕੋਲ ਜਾਣ ਨੂੰ ਦਿਲ ਨਹੀਂ ਕਰਦਾ। ਜਾਂ ਬਾਅਦ 'ਚ ਕਦੇ ਮਿਲਦਾ ਤਾਂ ਕਹਿੰਦਾ ਯਾਦ ਹੀ ਤੁਹਾਡੀ ਆਈ ਜਾਂਦੀ ਹੈ। ਕਿਉਂ? ਕਿਉਂਕਿ ਉਹ ਉੱਥੇ ਪਹੁੰਚ ਚੁੱਕਿਆ ਜਿੱਥੇ ਉਹਨੇ ਵੀ ਜਾਣਾ, ਤੇ ਉਹਨੂੰ ਉਸ ਤਲ ਦੇ ਝਲਕਾਰੇ ਪੈਂਦੇ ਆ ਉਹਦੇ 'ਚੋਂ। ਇਹੀ ਤਾਂ ਸਾਧੂਆਂ ਦੇ, ਸੰਤਾਂ ਦੇ ਰੰਗ ਆ, ਜਿਹੜੇ ਸੰਤ ਸੱਚੀ ਮੁੱਚੀ ਹੁੰਦੇ ਆ। ਸੰਤ ਦੀ ਹੋਰ ਕੋਈ ਪਰਖ ਨਹੀਂ ਹੈ ਦੁਨੀਆ ਤੇ। ਤੁਹਾਨੂੰ ਜਦੋਂ ਮਿਲ ਗਿਆ, ਤੁਹਾਨੂੰ ਜਦੋਂ ਟੱਕਰ ਗਿਆ, ਤੁਹਾਨੂੰ ਪਤਾ ਲੱਗਣਾ ਕਿ ਤੁਹਾਨੂੰ ਸਕੂਨ ਹੀ ਆਈ ਜਾਂਦਾ ਉਹਦੇ ਕੋਲ ਬਹਿ ਕੇ, ਉਹਨੂੰ ਚੇਤੇ ਕਰਕੇ, ਉਹਦੀ ਫੋਟੋ ਦੇਖ ਕੇ ਵੀ ਸਕੂਨ ਆਉਂਦਾ। ਉਹ ਤੁਹਾਡੇ ਲਈ ਸੰਤ ਆ, ਦੁਨੀਆ ਲਈ ਕੁਛ ਵੀ ਹੋ ਸਕਦਾ। ਤੁਹਾਡੇ ਲਈ ਉਹ ਵਾਕਈ ਸੰਤ ਆ, ਕਿਉਂਕਿ ਉਹਦੇ ਕੋਲ ਜਾ ਕੇ ਤੁਹਾਨੂੰ ਆਤਮਿਕ ਅਡੋਲਤਾ ਦੀ ਝਲਕਾਰੇ ਪੈਂਦੇ ਆ, ਤੁਹਾਨੂੰ ਪਤਾ ਲੱਗਦਾ। ਅੱਗੇ ਸਤਿਗੁਰੂ ਫਿਰ ਆਪਾਂ ਨੂੰ ਕੀ ਦੱਸਦੇ ਆ? ਅੱਗੇ ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਸਦਾ ਮਨ ਮੀਠਾ, ਸਬਦੇ ਪਾਵੈ ਕੋਈ। ਹੁਣ ਅੰਮ੍ਰਿਤ ਕੀ ਆ? ਜੇ ਆੜੇ ਨੂੰ ਪਾਸੇ ਕਰ ਦਈਏ, ਪਿੱਛੇ ਕੀ ਰਹਿ ਜਾਂਦੀ ਹੈ? ਮਿਰਤੂ। ਹੁਣ ਮਿਰਤੂ ਦੇ ਭੈ 'ਚ ਅਸੀਂ ਸਾਰਾ ਦਿਨ ਤੁਰੇ ਫਿਰਦੇ ਹਾਂ। ਮਿਰਤੂ ਹੀ ਸਾਰਾ ਕੁਝ ਸਾਨੂੰ ਲੱਗਦੀ ਹੈ। ਜਦੋਂ ਸਤਿਗੁਰੂ ਮਿਲ ਜਾਂਦਾ, ਆਤਮ ਰਸ ਸਾਨੂੰ ਮਿਲਣਾ ਸ਼ੁਰੂ ਹੋ ਜਾਂਦਾ, ਉਦੋਂ ਸਾਨੂੰ ਪਤਾ ਲੱਗਦਾ ਕਿ ਮਿਰਤੂ ਹੈ ਹੀ ਨਹੀਂ, ਇਹ ਕਿੱਥੋਂ ਦਾ ਭੁਲੇਖਾ। ਆੜਾ ਮੂਹਰੇ ਲੱਗ ਜਾਂਦਾ, ਅੰਮ੍ਰਿਤ ਪੁੱਤਰਾ ਬਣ ਜਾਂਦੇ ਹਾਂ ਅਸੀਂ। ਆਹ ਜਿਹੜਾ ਬੋਲੀ ਜਾਂਦਾ, ਇਹਨੂੰ ਪਤਾ ਲੱਗ ਜਾਂਦਾ ਕਿ ਮੈਂ ਨਹੀਂ ਮਰਨਾ, ਮੈਥੋਂ ਸਰੀਰ ਕੋਈ ਖੋਹ ਸਕਦਾ, ਇਹਨੂੰ ਖਤਮ ਕਰ ਸਕਦਾ, ਪਰ ਮੈਨੂੰ ਖਤਮ ਕਰਨ ਵਾਲਾ ਕੋਈ ਜੰਮਿਆ ਹੀ ਨਹੀਂ। ਹੋ ਹੀ ਨਹੀਂ ਸਕਦੀ ਇਹ ਗੱਲ ਕਿ ਕੋਈ ਮੈਨੂੰ ਖਤਮ ਕਰ ਦੇ ਜਿਹੜਾ ਮੈਂ ਆ। ਹਰ ਕੋਈ ਇਹ ਜਾਣ ਜਾਂਦਾ ਜਦੋਂ ਜੁੜਦਾ। ਤੇ ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਸਦਾ ਮਨ ਮੀਠਾ। ਉਹ ਜਿਹੜਾ ਨਾਮ ਨਾਲ ਜੁੜ ਕੇ ਇਹ ਅਹਿਸਾਸ ਹੁੰਦਾ ਨਾ ਕਿ ਇੱਥੇ ਤਾਂ ਜੀਵਨ ਹੀ ਜੀਵਨ ਆ, ਕਣ ਕਣ ਦੇ ਵਿੱਚ ਜੀਵਨ ਆ, ਤੇ ਜੀਵਨ ਹੀ ਰਹਿਣਾ। ਮਿਰਤੂ ਸਭ ਤੋਂ ਵੱਡਾ ਝੂਠ ਆ। ਅੰਮ੍ਰਿਤ ਨਾਮ ਸਦਾ ਮਨ ਮੀਠਾ। ਫਿਰ ਉਹ ਮਿੱਠਾ ਲੱਗਦਾ, ਬੜਾ ਹੀ ਪਿਆਰਾ ਲੱਗਦਾ, ਸੋਹਣਾ ਲੱਗਦਾ। ਹਰ ਚੀਜ਼ ਹੀ ਇੰਨੀ ਪਿਆਰੀ ਲੱਗਦੀ ਹੈ ਕਿ ਉਹ ਕਰਤੇ ਦੇ ਹੱਥ ਦਿਸਦੇ ਆ, ਉਹ ਫੁੱਲਾਂ 'ਚੋਂ, ਉਹ ਮਹਿਕਾਂ 'ਚੋਂ ਉਹਦੀਆਂ ਸੁਗੰਧੀਆਂ ਦਿੰਦੀਆਂ, ਸਾਰਾ ਕੁਛ ਉਹੀ ਦਿੰਦਾ। ਤਾਂ ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਸਦਾ ਮਨ ਮੀਠਾ, ਸਬਦੇ ਪਾਵੈ ਕੋਈ ਆ ਜਿਹੜਾ ਸਾਰੀਆਂ ਗੱਲਾਂ ਤੋਂ, ਸੋਚ ਨੂੰ ਪਿੱਛੇ ਹਟਾ ਕੇ ਸਿਰਫ ਇਹ ਮੰਨ ਲੈਂਦਾ ਕਿ ਪਹਿਲਾਂ ਮੈਂ ਆਪਣੇ ਆਪੇ ਨੂੰ ਜਾਣਨਾ, ਦੂਜੇ ਸਾਰੇ ਕੰਮ ਬਾਅਦ 'ਚ ਆ।
ਜਿਹਦੀ ਟੇਕ ਗੁਰੂ ਨਾਨਕ ਬਣ ਜਾਂਦਾ, ਜਿਹਦੀ ਓਟ ਗੁਰੂ ਨਾਨਕ ਬਣ ਜਾਂਦਾ, ਜਿਹਦਾ ਪਿਆਰ ਗੁਰੂ ਨਾਨਕ ਬਣ ਜਾਂਦਾ, ਜਿਹਦਾ ਦੁਲਾਰ ਗੁਰੂ ਨਾਨਕ ਬਣ ਜਾਂਦਾ, ਉਹਦੇ ਲਈ ਸਤ ਕਰਤਾਰ ਸਭ ਕੁਝ ਹੋ ਜਾਂਦਾ, ਉਹਦੇ ਲਈ ਇੱਕ ਓਂਕਾਰ ਸਭ ਕੁਝ ਹੋ ਜਾਂਦਾ, ਸੱਚਾ ਨਾਮ ਸਭ ਕੁਝ ਹੋ ਜਾਂਦਾ। ਉਹਦਾ ਸਭ ਤੋਂ ਵੱਧ ਜਿਹੜਾ ਜਾਣੀ ਕੁਦਰਤ ਦੇ ਪ੍ਰਮਾਤਮਾ ਦੇ ਰਾਜ ਵਿੱਚ ਇੱਕ, ਜਿਵੇਂ ਆਪਾਂ ਨੂੰ ਕਈ ਵਾਰੀ ਆਪਸ਼ਨ ਨਹੀਂ ਮਿਲਦੀ ਫੋਨ 'ਚ ਕਿ ਇੱਥੇ ਸਿਰਫ ਤੁਸੀਂ 5 ਅੱਖਰ ਹੀ ਲਿਖ ਸਕਦੇ ਹੋ, ਜਾਂ ਕਈ ਥਾਵਾਂ ਤੇ ਇਹ ਹੁੰਦਾ ਵੀ ਇੱਥੇ 1 ਅੱਖਰ ਹੀ ਪਾ ਸਕਦੇ ਆ। ਜਿਹੜਾ ਆਉਣ ਵਾ ਜਾਣ ਵਾਲੇ ਜਨਮਾਂ ਦਾ ਨਿਵੇੜੇ ਕਰਨ ਵਾਲੀ ਜਗ੍ਹਾ ਨਾ, ਉਹ ਸਿਰਫ ਇੰਨੀ ਕੀ ਹੈ, ਤੇ ਉੱਥੇ ਤੁਸੀਂ ਲਫ਼ਜ਼ ਹੀ ਇੱਕ ਭਰ ਸਕਦੇ ਹੋ। ਜੋ ਭਰ ਲਓਗੇ ਉਹਦੇ ਅਨੁਸਾਰ ਜੀਵਨ ਪਲਟ ਜਾਣਾ ਹੁੰਦਾ। ਮਾਇਆ ਕੰਨੀ ਧਿਆਨ ਹੈ ਉਹ ਹੋ ਜਾਣਾ, ਦੁਨੀਆ ਕੰਨੀ ਧਿਆਨ ਆ ਉਹ ਹੋ ਜਾਣਾ, ਗੁਰੂ ਨਾਨਕ ਕੰਨੀ ਧਿਆਨ ਆ ਉਹ ਹੋ ਜਾਣਾ। ਜਿਹਦਾ ਜਿੱਥੇ ਧਿਆਨ ਆ ਉਹਦੇ ਨਾਲ ਉਹੀ ਵਾਪਰ ਜਾਣਾ। ਐਂਡ ਸਮੇਂ ਤੁਹਾਡੇ ਚੇਤੇ 'ਚ ਕੀ ਆ, ਤੁਹਾਡੇ 'ਚ ਵਸਿਆ ਵਾ ਕੀ ਆ, ਉਵੇਂ ਹੋ ਜਾਣਾ। ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਸਦਾ ਮਨ ਮੀਠਾ, ਸਭ ਦੇ ਭਾਵੈ ਕੋਈ, ਪਾਉਂਦਾ ਕੋਈ ਆ। ਕਿਉਂਕਿ ਇੰਨਾ ਧਿਆਨ ਰੱਖਣਾ, ਹਰ ਵੇਲੇ ਸੁਰਤ ਉੱਥੇ ਹੀ ਰਹਿਣੀ, ਕੰਮ ਜਿਹੜੇ ਕਰਨੇ ਆ ਹੱਥ ਕਾਰ ਵੱਲ, ਚਿੱਤ ਜਾਰ ਵੱਲ, ਆਪਣੇ ਅੰਦਰ ਅੰਦਰ ਸ਼ੁਰੂ ਚੌਖਾ। ਪਰ ਜਦੋਂ ਗੁਰਮੁਖ ਮਿਲ ਜਾਂਦੇ ਆ ਨਾ, ਸਮਝਾਉਣ ਵਾਲਾ ਟੱਕਰ, ਜੇ ਅਸੀਂ ਸਮਝਣਾ ਤਾਂ ਚਾਹੁੰਦੇ ਹੁੰਦੇ ਹਾਂ, ਸਾਨੂੰ ਕੋਈ ਸਮਝਾਉਂਦਾ ਨਹੀਂ, ਕਿਉਂਕਿ ਗੁਰਬਾਣੀ ਨੂੰ ਸਿੱਧੇ ਤੌਰ ਤੇ ਸਾਡੇ ਤੱਕ ਪਹੁੰਚਾਇਆ ਹੀ ਨਹੀਂ ਜਾ ਰਿਹਾ। ਗੁਰਬਾਣੀ ਦਾ ਥੋੜਾ ਆਸਰਾ ਲਿਆ ਤੇ ਬਾਕੀ ਫਿਰ ਹੋਰ ਗੱਲਾਂ ਤੋਰ ਲੈਣੀਆਂ। ਉਹਦੇ 'ਚ ਫਿਰ ਅਸੀਂ ਕਈ ਵਾਰੀ 3-3 ਘੰਟੇ ਬੈਠੇ ਸੁਣੀ ਜਾਂਦੇ ਆ, ਉੱਠ ਕੇ ਆਉਣੇ ਪਤਾ ਲੱਗਦਾ ਕੁਝ ਵੀ ਨਹੀਂ, ਕੋਈ ਗੱਲ ਪੱਲੇ ਹੀ ਨਹੀਂ ਪੈਂਦੀ। ਇਹ ਸਤਿਗੁਰੂ ਦਿੰਦੇ ਆ ਸਾਨੂੰ, ਕਹਿੰਦੇ ਵੀ ਤੁਸੀਂ ਖੁਦ ਪੜ੍ਹੋ। ਤਾਂ ਹੀ ਤਾਂ ਗੁਰੂ ਨਾਨਕ ਨੇ ਕਿਹਾ ਸੀ ਕਿ ਪਾਠ ਖੁਦ ਕਰਨਾ, ਜਾਪ ਖੁਦ ਕਰਨਾ, ਸਿਮਰਨ ਖੁਦ ਕਰਨਾ, ਧਿਆਨ ਖੁਦ ਕਰਨਾ। ਤਿੰਨੇ ਚਾਰੇ ਚੀਜ਼ਾਂ ਇਹ ਆਪ ਕਰੋਗੇ ਤਾਂ ਸਾਰੇ ਰਿਜ਼ਲਟ ਸਾਹਮਣੇ ਆ। ਤਾਂ ਸਤਿਗੁਰੂ ਅੱਗੇ ਕੀ ਕਹਿੰਦੇ ਨੇ, ਦਾਤਾ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਕਹਿੰਦੇ ਸਾਰੀ ਦਾਤ ਹੈ ਜਿਹੜੀ ਨਾ ਨਾਮ ਦੀ, ਜੋ ਵੀ ਦਾਤ ਆ, ਹਰ ਤਰ੍ਹਾਂ ਦੀਆਂ ਦਾਤਾਂ ਹੈ, ਉਹ ਮਾਲਕ ਦੇ ਹੱਥ ਹੈ। ਇੱਥੇ ਇਹ ਅਰਥ ਵੀ ਬਣ ਜਾਂਦਾ ਜਿਸ ਭਾਵੈ ਤਿਸ ਦੇਈ, ਜਿਹਦੇ ਭਾਵ ਬਣ ਗਏ, ਜਿਹਨੇ ਆਪਣੇ ਆਪ ਨੂੰ ਜਮਾ ਉਸ ਨੋਚੇ ਤੇ ਲਿਆਂਦਾ ਕਿ ਜਮਾ ਦੁਆਰੇ ਤੇ ਜਾ ਖੜਿਆ, ਗੁਰੂ ਦੁਆਰ। ਤਾਂ ਹੀ ਗੁਰੂ ਨੇ ਕਹਿਣਾ ਗੁਰ ਪ੍ਰਸਾਦ। ਅਸੀਂ ਗੁਰੂ ਦੇ ਘਰ ਤੱਕ ਚਲੇ ਗਏ, ਗੁਰੂ ਦੇ ਦੁਆਰੇ ਤੱਕ ਚਲੇ ਗਏ, ਆਪਣੇ ਆਪ ਨੂੰ ਸਾਰੇ ਪਾਸਿਆਂ ਤੋਂ ਮੋੜ ਕੇ ਸਿਰਫ ਗੁਰੂ ਨੂੰ ਸੰਬੰਧਿਤ ਕਰ ਲਿਆ, ਤਾਂ ਕਹਿੰਦੇ ਗੁਰੂ ਦੇ ਦਿੰਦਾ। ਦਾਤਾ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਜਿਹਦੇ ਭਾਵ ਬਣ ਗਏ, ਜਿਹਨੇ ਆਪਣੇ ਆਪ ਨੂੰ ਸਮਰਪਿਤ ਕਰ ਲਿਆ, ਉਹਨੂੰ ਦੇ ਦੇਣੀ ਹੈ ਦਾਤ। ਤੇ ਇਹਦਾ ਅਰਥ ਹੈ ਇਹ ਵੀ ਆ ਕਿ ਜਿਹਨੂੰ ਭਾਊਗਾ ਉਸੇ ਨੂੰ ਦੇਊਗਾ ਉਹ। ਪਰ ਦੋਨੇ ਹੀ ਨਾਲ ਨਾਲ ਹੈ। ਬਿਨਾਂ ਤੁਹਾਡੀ ਅੰਦਰ ਦੀ ਪਿਆਸ ਦੇ, ਬਿਨਾਂ ਅੰਦਰ ਦੀ ਤੜਪ ਦੇ ਕੁਝ ਨਹੀਂ ਦਿੰਦਾ ਉਹ ਮਾਲਕ। ਇੱਥੇ ਇਹ ਸਿਧਾਂਤ ਚੱਲਦਾ, ਜਿਨ ਖੋਜਾ ਤਿਨ ਪਾਇਆ, ਜੇਹਾ ਬੀਜੈ ਸੋ ਲੁਣੈ, ਕਰਮਾ ਸੁੰਦਰਾ ਖੇਤ। ਜੇ ਵੀ ਪਾਉਂਗੇ ਮੈਨੂੰ ਨਾਮ ਚਾਹੀਦਾ, ਗੁਰੂ ਨਾਨਕ ਤੇਰਾ ਪਿਆਰ ਚਾਹੀਦਾ। ਉਹਦੇ ਲਈ ਤੁਹਾਨੂੰ ਤਿਆਰ ਹੋਣਾ ਪੈਣਾ, ਬਕਾਰ ਦੂਰ ਕਰਨੇ ਪੈਣੇ ਆ, ਪਿਆਰ ਦੇ ਰੰਗ 'ਚ ਰੰਗਣਾ ਪੈਣਾ ਰੂਹ ਨੂੰ। ਫਿਰ ਉਹ ਭਾਵਨਾ ਬਣ ਜਾਣੀ ਹੈ ਜਿਸ ਭਾਵ ਹੈ, ਤੇ ਉਹ ਮਿਲ ਜਾਣਾ। ਉਹਦੇ ਘਰੋਂ ਖਾਲੀ ਕੋਈ ਨਹੀਂ ਮੁੜਦਾ, ਉਹ ਮੋੜਦਾ ਹੀ ਨਹੀਂ ਹੈ। ਬੜਾ ਦਿਆਲੂ ਆ, ਬੜਾ ਕਿਰਪਾਲੂ ਆ, ਖੰਡਾਂ ਬ੍ਰਹਮੰਡਾਂ ਦਾ ਦਾਤਾ, ਕਿਸੇ ਚੀਜ਼ ਦੀ ਤੋਟ ਨਹੀਂ ਹੈ। ਤਾਂ ਫਿਰ ਅੱਗੇ ਸਤਿਗੁਰੂ ਕੀ ਕਹਿੰਦੇ ਆ, ਨਾਨਕ ਨਾਮ ਰਤੇ ਸੁਖ ਪਾਇਆ, ਦਰਗਾਹ ਜਾਪੈ ਸਈ। ਕਹਿੰਦੇ ਜਿਹੜਾ ਨਾਮ ਦੇ ਨਾਲ ਰਤਿਆ ਜਾਂਦਾ ਨਾ, ਇੱਕ ਓੰਕਾਰ ਸਤਨਾਮ ਜਿਹਦੇ ਅੰਦਰ ਵਸ ਜਾਂਦਾ, ਇਹ ਧੁਨੀ ਸਾਡੇ ਅੰਦਰ ਹੋ ਰਹੀ ਆ, ਹਰ ਵੇਲੇ ਹੋ ਰਹੀ ਆ। ਜਦੋਂ ਓਂਕਾਰ ਦੀ ਧੁਨੀ ਤੁਸੀਂ ਸੁਣਨ ਲੱਗ ਜਾਂਦੇ ਹੋ ਕੰਨਾਂ ਤੋਂ, ਉਹ ਅਣਹਦ ਨਾਦ ਜਿਹਨੂੰ ਸੁਣ ਕੇ ਦੁੱਖ ਪਾਪ ਨਾਸ ਹੋ ਜਾਂਦੇ ਨੇ, ਉਹਨੂੰ ਸੁਣੋ, ਕੱਢੋ ਟਾਈਮ, ਕੁਛ ਨਾ ਕੁਛ ਬੈਠਿਆ ਕਰੋ। ਬੈਠਣਾ ਤਾਂ ਪੈਣਾ, ਇਹ ਨਹੀਂ ਹੈ ਕਿਉਂਕਿ ਜੇ ਤੁਹਾਨੂੰ ਕੋਈ ਕਿਸੇ ਸੂਈ 'ਚ ਧਾਗਾ ਪਾ ਦੇ ਤੇ ਤੁਸੀਂ ਸੂਈ ਆਏ ਗੇੜੇ ਦੇਈ ਜਾਓ ਹੱਥ ਤੇ, ਆਏ ਭਾਵੇਂ ਸਾਰੀ ਉਮਰ ਆਏ ਕਰੀ ਜਾਓ, ਧਾਗਾ ਨਹੀਂ ਪੈਂਦਾ। ਹੱਥ ਬਿਲਕੁਲ ਖਿਲਾਰਨਾ ਪੈਣਾ, ਧਾਗਾ ਬਿਲਕੁਲ ਨੇੜਲ ਜਾ ਕੇ ਪਾਉਣਾ ਪੈਣਾ, ਫਿਰ ਜਾ ਕੇ ਤਰਪਾਈ ਸਿਲਾਈ ਹੋਣੀ ਆ। ਇੱਧਰਲਾ ਰਿਸ਼ਤਾ ਜਿਹੜਾ ਜਦੋਂ ਜੁੜਦਾ ਨਾ, ਉਦੋਂ ਪਹਿਲਾਂ ਬਹਿਣਾ ਪੈਂਦਾ, ਉਡੀਕਣਾ ਪੈਂਦਾ, ਆਵਾਜ਼ਾਂ ਮਾਰਨੀਆਂ ਪੈਂਦੀਆਂ, ਉਹ ਆ ਜਾ ਆਵਾਜ਼ਾਂ ਵਾਲਿਆ। ਉਹ ਗੁਰੂ ਨਾਨਕ ਪਿਆਰਿਆ ਕਰਦੇ ਕਿਰਪਾ, ਬਹੁਤ ਟਾਈਮ ਹੋ ਗਿਆ।
ਇਹ ਚੀਜ਼ਾਂ ਦੇ ਆਨੰਦ ਆਉਂਦੇ ਆ। ਤੇ ਸਤਿਗੁਰੂ ਕਹਿੰਦੇ ਨਾਨਕ ਨਾਮ ਰਤੇ ਸੁਖ ਪਾਇਆ। ਜਦੋਂ ਨਾਮ ਨਾਲ ਰੱਤੇ ਗਏ, ਉਹਦੇ ਨਾਲ ਮਿਲਾਪ ਹੋ ਗਿਆ, ਸੁੱਖ ਹੀ ਸੁੱਖ ਹੈ। ਸੁੱਖ ਤਾਂ ਉਦੇ ਤੋਂ ਹੀ ਸ਼ੁਰੂ ਹੋ ਜਾਂਦਾ ਜਿੱਦੇ ਤੋਂ ਗੁਰੂ ਚੇਤੇ ਆ ਜਾਂਦਾ, ਜਿੱਦੇ ਤੋਂ ਗੁਰੂ ਦੀ ਬਾਣੀ ਮਿਲ ਜਾਂਦੀ ਹੈ, ਜਿੱਦੇ ਤੋਂ ਗੁਰੂ ਦੀ ਸੰਗਤ ਮਿਲ ਜਾਂਦੀ ਹੈ, ਜਿੱਦੇ ਤੋਂ ਗੁਰੂ ਘਰ ਜਾਣਾ ਸ਼ੁਰੂ ਕਰ ਦਿੰਦਾ ਕੋਈ। ਬਸ ਗੁਰੂ ਘਰ ਜਾਇਓ, ਪ੍ਰਬੰਧਕਾਂ ਤੋਂ ਦੂਰ ਰਹੋ। ਪ੍ਰਬੰਧਕ ਇੱਕ ਅਲੱਗ ਤਰ੍ਹਾਂ ਦੀ ਵੈਰਾਈਟੀ ਹੈ, ਇਹਨਾਂ ਦੀਆਂ ਅਲੱਗ ਡਿਊਟੀਆਂ ਹੁੰਦੀਆਂ। ਉਹਨਾਂ ਦੀਆਂ ਗੱਲਾਂ 'ਚ ਨਾ ਉਲਝੋ, ਸਿਰਫ ਸਿੱਧਾ ਸੰਬੰਧ ਗੁਰੂ ਨਾਲ ਰੱਖਣਾ। ਗੁਰੂ ਨਾਲ ਸੰਬੰਧ ਰੱਖਾਂਗੇ, ਗੁਰੂ ਦੀ ਗੱਲ ਦੀ ਚੇਤੇ ਆਊ। ਨਹੀਂ ਜਾਵਾਂਗੇ ਮੱਥਾ ਟੇਕਣ, ਲੈ ਕੇ ਆਵਾਂਗੇ ਪ੍ਰਬੰਧਕਾਂ ਦੀਆਂ ਚੀਜ਼ਾਂ, ਉਹ ਫਿਰ ਸਾਡਾ ਸਾਰਾ ਕੁਝ ਕਰਿਆ ਕਰਾਇਆ ਐਵੇਂ ਹੀ ਜਾਂਦਾ। ਇਹੀ ਕਾਰਨ ਹੈ ਕਿ ਸਾਡਾ ਕੁਝ ਬਣ ਨਹੀਂ ਰਿਹਾ। ਇਹ ਤੋਂ ਬਚਤ ਰੱਖਣੀ ਆ ਥੋੜ੍ਹੀ ਜਿਹੀ, ਕਿਉਂਕਿ ਹਰ ਚੀਜ਼ ਦੇ ਕੁਝ ਨੇਮ ਹੁੰਦੇ ਆ। ਉਹ ਨੇਮ ਰੱਖਿਆ ਹੀ ਉਹ ਗੱਲ ਅੱਗੇ ਬਣਦੀ ਹੈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਾਹ ਜਾਪੈ ਸਹੀ। ਇੱਥੇ ਵੀ ਤੇ ਉੱਥੇ ਵੀ, ਦਰਗਾਹ ਵਿੱਚ ਵੀ ਮਾਣ ਮਿਲਦਾ, ਸਤਿਕਾਰ ਮਿਲਦਾ। ਜਿਹਨੂੰ ਗੁਰੂ ਨਾਨਕ ਦੇ ਨਾਮ ਸੁਣ ਲਿਆ ਨਾ, ਜਿਹਨੇ ਕਹਿਤਾ ਧੰਨ ਗੁਰੂ ਨਾਨਕ, ਮਜਾਲ ਹੀ ਨਹੀਂ ਹੈ ਕੋਈ ਕੁਝ ਕਹਿ ਜਾਵੇ। ਦਰਗਾਹ ਹੀ ਨਿਜਮ ਹੈ ਜਿਹੜੇ ਨਾਨਕ ਦੇ ਨਾਮ ਦੇ ਝੰਡੇ ਝੂਲਦੇ ਆ, ਦੁਨੀਆ 'ਚ ਵੀ ਉਸ ਦੁਨੀਆ 'ਚ ਵੀ। ਕਿਉਂ ਝੂਲਦੇ ਆ? ਇੱਕ ਨਾਨਕ ਨਿਰੰਕਾਰੀ ਆਏ ਆ, ਜਿਨ੍ਹਾਂ ਨੇ ਆ ਕੇ ਕਿਹਾ ਕਿ ਕਣ ਕਣ ਦੇ ਵਿੱਚ ਉਹੀ ਆ। ਕਿਹਾ ਹੋਰਾਂ ਨੇ ਵੀ ਆ, ਪਰ ਗੁਰੂ ਨੇ ਮੰਨ ਕੇ ਤੇ ਕਰਕੇ ਦਿਖਾਇਆ। ਕਿਸੇ ਨੂੰ ਹਿੰਦੂ ਕਰਕੇ ਦੂਰ ਨਹੀਂ ਕੀਤਾ, ਗੱਲ ਨਾਲ ਲਾਇਆ। ਕਿਸੇ ਨੂੰ ਮੁਸਲਮ ਕਰਕੇ ਦੂਰ ਨਹੀਂ ਕੀਤਾ, ਗੱਲ ਨਾਲ ਲਾਇਆ। ਕਿਹੇ ਜਿਹਾ ਵੀ ਸੀ, ਕੋਈ ਕੋੜੀ ਸੀਗਾ ਜਿਹਨੂੰ ਲੋਕਾਂ ਨੇ ਚੱਕ ਕੇ ਪਿੰਡ ਤੋਂ ਬਾਹਰ ਰੱਖਤਾ ਸੀ ਮੰਜਾ, ਉਹਦੇ ਵੀ ਜਾ ਕੇ ਇਲਾਜ ਵੀ ਕੀਤਾ, ਉਹਨੂੰ ਸ਼ਬਦ ਵੀ ਦਿੱਤਾ, ਨਾਮ ਵੀ ਦਿੱਤਾ। ਨਾਮ ਬੜੀ ਸੌਖੀ ਤੇ ਸਹਿਜ ਅਵਸਥਾ ਦੀ ਗੱਲ ਆ। ਕਿਤੇ ਆਪਾਂ ਗੱਲ ਕਰਿਆ ਕਰਾਂਗੇ ਗਾਹਾਂ, ਜਿਵੇਂ ਜਿਵੇਂ ਤੁਹਾਡੇ ਸਵਾਲ ਆਈ ਜਾਂਦੇ ਆ, ਮੈਨੂੰ ਥੋੜਾ ਆ ਜਾਣ ਦਿਓ ਅੱਗੇ, ਉਹਦੇ ਜਵਾਬ ਵੀ ਦਿਆ ਕਰਾਂਗੇ। ਗੁਰੂ ਨਾਨਕ ਕਿਸੇ ਕੋਲੇ 15 ਮਿੰਟ ਵੀ ਠਹਿਰੇ ਆਣ ਤਾਂ ਉਹਨੂੰ 15 ਮਿੰਟਾਂ 'ਚ ਹੀ ਦੇ ਗਏ ਜੋ ਦੇਣਾ ਸੀ। ਉਹਨੇ ਬਾਅਦ 'ਚ ਗਿਆ ਤੋਂ ਧਰਮਸ਼ਾਲਾ ਵੀ ਬਣਾ ਲਈ, ਲੋਕ ਵੀ ਇਕੱਠੇ ਹੋਣ ਲੱਗ ਗਏ, ਉਹਨੇ ਉਹ ਵਰਤਾ ਵੀ ਦਿੱਤਾ। ਐਸਾ ਮੂਲ ਮੰਤਰ ਆ ਜਿਹੜਾ ਗੁਰੂ ਨਾਨਕ ਦਿੰਦੇ ਆ। ਕਿਆ ਬਾਤਾਂ ਹੀ ਆ, ਬਸ ਖੇਡਾਂ ਇਹ ਬੇਅੰਤ ਹੈ। ਦਾਤਾ ਮਿਹਰ ਕਰੇ, ਸਤਿਗੁਰੂ ਕਿਰਪਾ ਕਰਨ। ਜੁੜੇ ਰਹੋ। ਦੁਨੀਆ ਦੇ ਵਿੱਚ ਇੱਕੋ ਇੱਕ ਆਖਰੀ ਨਿਸ਼ਾਨੀ ਆ ਪਾਤਸ਼ਾਹ ਦੀ, ਜਿੱਥੇ 10ਵੇਂ ਪਾਤਸ਼ਾਹ ਮਾਤਾ ਸਾਹਿਬ ਕੌਰ ਸੁੰਦਰ ਕੌਰ 1706 'ਚ ਰਹੇ ਸੀ। ਮਾਈ ਦੇਸਾਂ ਦਾ ਉਹ ਘਰ। ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਆਗਿਆ ਮਿਲੀ ਹੈ ਮਾਤਾ ਤੋਂ, ਇਹਦੀ ਆਪਾਂ ਕਾਰ ਸੇਵਾ ਕਰਨੀ ਆ, ਕਾਰ ਸੇਵਾ ਕਰਵਾਉਣੀ ਆ। ਆਪਾਂ ਸਾਰਿਆਂ ਨੇ ਰਲ ਕੇ ਸਿੱਧਾ ਇਹਦੇ 'ਤੇ ਸਾਰਾ ਕੁਝ ਦੱਸਿਆ ਕਰਾਂਗੇ, ਬੜੇ ਸੋਹਣੇ ਢੰਗ ਨਾਲ ਇਹਨੂੰ। ਦੁਨੀਆ ਦਾ ਜੇ ਬਚਿਆ ਇੱਕੋ ਇੱਕ ਸਥਾਨ ਆ ਪੁਰਾਤਨ ਵਿਰਾਸਤ ਦਾ ਇੱਕ ਨਮੂਨਾ, ਤੇ ਇਹ ਵੀ ਇੱਕ ਵਿਰਾਸਤ ਹੀ ਹੋਊਗੀ ਕਿ ਦੁਨੀਆ 'ਚ ਇਹੋ ਜਿਹੀ ਜਗ੍ਹਾ ਨਹੀਂ ਹੋਰ ਕਿਤੇ ਹੋਊਗੀ ਇੰਨੀ ਸੁੰਦਰ ਤੇ ਸੋਹਣੀ। ਆਪਾਂ ਉਹ ਸਤਿਗੁਰਾਂ ਨੇ ਆਗਿਆ ਦੇਤੀ ਆ। ਉਹ ਗੁਰਸਿੱਖ ਉਡੀਕ ਰਹੇ ਆ ਜਿਨ੍ਹਾਂ ਦੀ ਮਾਇਆ ਇੱਥੇ ਲੱਗਣੀ ਆ। ਉਹਨਾਂ ਤੱਕ ਇਹ ਹੁਕਮਨਾਮੇ ਵੀ ਪਹੁੰਚਣੇ ਆ ਤੇ ਉਹਨਾਂ ਤੱਕ ਅਸੀਂ ਵੀ ਪਹੁੰਚਣਾ। ਆ ਰਹੇ ਆ ਥੋੜ੍ਹੇ ਟਾਈਮ 'ਚ ਹੀ। ਸਤਿਗੁਰੂ ਰਹਿਮਤ ਕਰਨ। ਗੁਰੂ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਦੇ ਪਿਆਰ ਵਾਲੀਆਂ ਸੰਗਤਾਂ ਦੇ ਚਰਨਾਂ ਦੀ ਧੂੜ। ਮਾਈ ਦੇਸਾਂ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ, ਮਾਈ ਦੇਸਾਂ, ਪਾਤਸ਼ਾਹੀ 10ਵੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।